ਹੈਲੋ एवरीवन। ਅੱਜ ਅਸੀਂ 11th ਕਲਾਸ ਦਾ ਚੈਪਟਰ ਕੈਮੀਕਲ ਬੌਂਡਿੰਗ ਐਂਡ ਮੋਲੀਕੂਲਰ ਸਟਰਕਚਰ ਸਟੱਡੀ ਕਰਾਂਗੇ। ਇਸ ਦੇ ਵਿੱਚ ਜੋ ਟੌਪਿਕਸ ਅੱਜ ਅਸੀਂ ਸਟੱਡੀ ਕਰਨੇ ਹਨ ਉਹ ਹਨ molecular orbital theory or MOT. This theory was developed by F. Hund and R. S. Mulliken in 1935. Salient features of MOT are ਜਿਸ ਤਰ੍ਹਾਂ ਐਟਮਸ ਵਿੱਚ ਐਟੋਮਿਕ ਆਰਬਿਟਲਸ ਹੁੰਦੇ ਹਨ, ਇਸੇ ਤਰ੍ਹਾਂ ਮੋਲੀਕਿਊਲਸ ਦੇ ਵਿੱਚ ਮੋਲੀਕੂਲਰ ਆਰਬਿਟਲਸ ਹੁੰਦੇ ਹਨ। ਮੋਲੀਕੂਲਰ ਆਰਬਿਟਲਸ ਐਟੋਮਿਕ ਆਰਬਿਟਲਸ ਦੇ ਕੰਬੀਨੇਸ਼ਨ ਨਾਲ ਬਣਦੇ ਹਨ, ਲੇਕਿਨ ਉਹ ਐਟੋਮਿਕ ਆਰਬਿਟਲਸ ਪ੍ਰੋਪਰ ਸਿਮੈਟਰੀ ਵਿੱਚ ਹੋਣੇ ਚਾਹੀਦੇ ਹਨ ਅਤੇ ਉਹਨਾਂ ਦੀ એનર્ਜੀ ਕੰਪੈਰੇਬਲ ਹੋਣੀ ਚਾਹੀਦੀ ਹੈ। ਜਿਸ ਤਰ੍ਹਾਂ ਐਟੋਮਿਕ ਆਰਬਿਟਲ ਦੇ ਵਿੱਚ ਇਲੈਕਟ੍ਰੋਨ ਇੱਕ ਨਿਊਕਲੀਅਸ ਦੇ ਇਨਫਲੂਐਂਸ ਦੇ ਅੰਡਰ ਹੁੰਦਾ ਹੈ, ਮੋਲੀਕੂਲਰ ਆਰਬਿਟਲਸ ਦੇ ਵਿੱਚ ਇਲੈਕਟ੍ਰੋਨ ਦੋ ਜਾਂ ਦੋ ਤੋਂ ਵੱਧ ਨਿਊਕਲੀਅਸ ਦੇ ਇਨਫਲੂਐਂਸ ਦੇ ਅੰਡਰ ਹੁੰਦਾ ਹੈ। Molecular orbital gives the electron probability distribution around a group of nuclei in a molecule. Number of molecular orbitals formed is equal to the number of combining atomic orbitals. जिन्ने atomic orbitals combine करनगे उन्ने ही molecular orbitals form होंगे ਅਤੇ ਇਹਨਾਂ ਨੂੰ ਅਸੀਂ bonding molecular orbitals and anti-bonding molecular orbitals कहांगे। Bonding molecular orbitals has lower energy and they are more stable, whereas anti-bonding molecular orbitals have more energy and are less stable. जिस तरह atomic orbitals ਦੇ ਵਿੱਚ electrons ਅਸੀਂ ऑफ-बॉ प्रिंसिपल, पॉलीज एक्सक्लूजन प्रिंसिपल और हुन्स रूल ਦੇ ਅਕੋਰਡਿੰਗ ਫਿਲ ਕਰਦੇ ਹਾਂ, ਇਸੇ ਤਰ੍ਹਾਂ ਹੀ molecular orbitals ਦੇ ਵਿੱਚ ਵੀ ਇਹਨਾਂ ਰੂਲਸ ਨੂੰ ਫੋਲੋ ਕਰਕੇ ਹੀ ਇਲੈਕਟ੍ਰॉन्स ਫਿਲ ਕੀਤੇ ਜਾਂਦੇ ਹਨ। ਵੇਵ ਮਕੈਨਿਕਸ ਦੇ ਅਕੋਰਡਿੰਗ ਐਟੋਮਿਕ ਆਰਬਿਟਲਸ ਨੂੰ ਵੇਵ ਫੰਕਸ਼ਨ ਦੇ ਰੂਪ ਵਿੱਚ ਐਕਸਪ੍ਰੈਸ ਕੀਤਾ ਜਾ ਸਕਦਾ ਹੈ। ਵੇਵ ਫੰਕਸ਼ਨਸ ਆਬਟੇਨ ਕਰਨ ਲਈ ਸ਼੍ਰੋਡਿੰਜਰ ਵੇਵ ਇਕੁਏਸ਼ਨ ਨੂੰ ਸੋਲਵ ਕਰਨਾ ਜ਼ਰੂਰੀ ਹੈ, परंतु क्योंकि इस इक्वेशन ਨੂੰ सॉल्व करना एक मुश्किल काम है, इस ਲਈ ਮੋਲੀਕੂਲਰ ਆਰਬਿਟਲਸ ਦੀ ਫਾਰਮੇਸ਼ਨ ਲਈ ਇੱਕ ਅਪਰੋਕਸੀਮੇਟ ਮੈਥਡ ਅਡਾਪਟ ਕੀਤਾ ਗਿਆ ਅਤੇ ਇਸ ਮੈਥਡ ਨੂੰ LCAO ਯਾਨੀ ਲੀਨੀਅਰ ਕੰਬੀਨੇਸ਼ਨ ਆਫ ਐਟੋਮਿਕ ਆਰਬਿਟਲਸ ਮੈਥਡ ਕਿਹਾ ਜਾਂਦਾ ਹੈ। ਅਕੋਰਡਿੰਗ ਟੂ LCAO ਮੈਥਡ, molecular orbitals are formed by linear combination of atomic orbitals. For example, let us say hydrogen molecule ਦੋ ਹਾਈਡਰੋਜਨ ਐਟਮਸ A ਅਤੇ B ਤੋਂ ਮਿਲ ਕੇ ਬਣਿਆ ਹੈ। ਹਰੇਕ ਐਟਮ ਦੇ 1s ਆਰਬਿਟਲ ਨੂੰ ਵੇਵ ਫੰਕਸ਼ਨ ਦੀ ਤਰ੍ਹਾਂ ਰਿਪਰੈਜ਼ੈਂਟ ਕੀਤਾ ਜਾ ਸਕਦਾ ਹੈ। ਸਪੋਜ਼ psi1 and psi2 are the wave functions of atomic orbitals of the two atoms respectively. When two wave functions are in phase, ਜਦੋਂ ਦੋਨੋਂ waves ਇੱਕ ਫੇਸ ਵਿੱਚ ਹੋਣਗੀਆਂ ਤਾਂ ਉਹਨਾਂ ਦੇ ਐਂਪਲੀਟਿਊਡਸ ਐਡ ਅਪ ਹੋ ਜਾਣਗੇ, that is the resultant new wave ਦਾ wave function ਕੀ ਹੋਏਗਾ psi1 plus psi2 और इसमें उसी sigma ਨਾਲ represent करा, and this molecular orbital is called bonding molecular orbital. On the other hand, when two waves are out of phase, then ਉਹਨਾਂ ਦੇ amplitude subtract ਹੋ ਜਾਣਗੇ and the new wave function will be equal to psi1 minus psi2 और इसनू ਅਸੀਂ sigma star ਨਾਲ represent ਕਰਾਂਗੇ, and this molecular orbital is called anti-bonding molecular orbital. Molecular orbitals ਦੀ formation ਨੂੰ electronic waves ਦੇ constructive and destructive interference ਦੇ ਤੌਰ ਤੇ ਵੀ ਸਮਝਿਆ ਜਾ ਸਕਦਾ ਹੈ। ਜੇਕਰ ਬੌਂਡਿੰਗ ਐਟਮਸ ਦੀਆਂ ਇਲੈਕਟ੍ਰੋਨਿਕ ਵੇਵਸ ਇੱਕ ਹੀ ਫੇਸ ਵਿੱਚ ਹੋਣ ਅਤੇ ਇਹਨਾਂ ਦੇ ਐਂਪਲੀਟਿਊਡ ਐਡ ਹੋ ਜਾਣ ਤਾਂ ਇਹ ਕੰਸਟਰਕਟਿਵ ਇੰਟਰਫੇਰੈਂਸ ਕਹਿਲਾਉਂਦਾ ਹੈ ਅਤੇ ਬੌਂਡਿੰਗ ਮੋਲੀਕੂਲਰ ਆਰਬਿਟਲ ਫਾਰਮ ਹੁੰਦਾ ਹੈ। ਇਸ ਦੇ ਉਲਟ ਜਿਸ ਤਰ੍ਹਾਂ ਕਿ ਫਿਗਰ ਵਿੱਚ ਦਿਖਾਇਆ ਗਿਆ ਹੈ, ਜੇਕਰ ਬੌਂਡਿੰਗ ਐਟਮ ਦੀਆਂ ਇਲੈਕਟ੍ਰੋਨਿਕ ਵੇਵਸ ਆਊਟ ਆਫ ਫੇਸ ਹੋਣ ਤਾਂ ਇਹਨਾਂ ਦੇ ਐਂਪਲੀਟਿਊਡ ਇੱਕ ਦੂਸਰੇ ਨੂੰ ਕੈਂਸਲ ਕਰ ਦਿੰਦੇ ਹਨ। ਇਹ ਡਿਸਟਰਕਟਿਵ ਇੰਟਰਫੇਰੈਂਸ ਅਪਣਾਉਂਦਾ ਹੈ ਅਤੇ ਇਸ ਤਰ੍ਹਾਂ ਬਣੇ ਮੋਲੀਕੂਲਰ ਆਰਬਿਟਲਸ ਨੂੰ ਐਂਟੀ ਬੌਂਡਿੰਗ ਮੋਲੀਕੂਲਰ ਆਰਬਿਟਲ ਕਿਹਾ ਜਾਂਦਾ ਹੈ। ਬੌਂਡਿੰਗ ਮੋਲੀਕੂਲਰ ਆਰਬਿਟਲ ਵਿੱਚ ਬੌਂਡਡ ਐਟਮਸ ਦੇ ਨਿਊਕਲੀਆਈ ਵਿਚਕਾਰ ਮੈਕਸਿਮਮ ਇਲੈਕਟ੍ਰੋਨ ਡੈਂਸਿਟੀ ਹੁੰਦੀ ਹੈ, ਜਿਸ ਕਰਕੇ ਦੋ ਨਿਊਕਲੀਆਈ ਵਿਚਕਾਰ ਰਿਪਲਸ਼ਨਸ ਘੱਟ ਹੁੰਦੀਆਂ ਹਨ। ਐਂਟੀ ਬੌਂਡਿੰਗ ਮੋਲੀਕੂਲਰ ਆਰਬਿਟਲ ਵਿੱਚ ਬੌਂਡਡ ਐਟਮਸ ਦੇ ਨਿਊਕਲੀਆਈ ਵਿਚਕਾਰ ਇਲੈਕਟ੍ਰੋਨ ਡੈਂਸਿਟੀ ਆਲਮੋਸਟ ਜ਼ੀਰੋ ਹੁੰਦੀ ਹੈ
ਜਿਸ ਕਾਰਨ ਦੋ ਨਿਊਕਲੀਆਈ ਵਿੱਚ ਰਿਪਲਸ਼ਨਸ ਬਹੁਤ ਜ਼ਿਆਦਾ ਹੁੰਦੀਆਂ ਹਨ। ਇਸ ਪਲੇਨ ਨੂੰ ਨੋਡਲ ਪਲੇਨ ਕਿਹਾ ਜਾਂਦਾ ਹੈ। ਬੌਂਡਿੰਗ ਮੋਲੀਕੂਲਰ ਆਰਬਿਟਲਸ ਦੋਵੇਂ ਨਿਊਕਲੀਆਈ ਨੂੰ ਹੋਲਡ ਕਰਕੇ ਰੱਖਦੇ ਹਨ ਅਤੇ ਇਸ ਤਰ੍ਹਾਂ ਮੋਲੀਕਿਊਲ ਨੂੰ ਸਟੇਬਲ ਬਣਾਉਂਦੇ ਹਨ। ਇਸ ਲਈ ਬੌਂਡਿੰਗ ਮੋਲੀਕੂਲਰ ਆਰਬਿਟਲਸ ਦੀ એનર્ਜੀ ਘੱਟ ਹੁੰਦੀ ਹੈ। ਇਸ ਦੇ ਉਲਟ ਐਂਟੀ ਬੌਂਡਿੰਗ ਮੋਲੀਕੂਲਰ ਆਰਬਿਟਲਸ ਦੇ ਇਲੈਕਟ੍ਰੋਨਸ ਮੋਲੀਕਿਊਲ ਨੂੰ ਡੀਸਟੇਬਲਾਈਜ਼ ਕਰਦੇ ਹਨ। ਇਸ ਲਈ ਐਂਟੀ ਬੌਂਡਿੰਗ ਮੋਲੀਕੂਲਰ ਆਰਬਿਟਲਸ ਦੀ એનર્ਜੀ ਬੌਂਡਿੰਗ ਮੋਲੀਕੂਲਰ ਆਰਬਿਟਲਸ ਨਾਲੋਂ ਜ਼ਿਆਦਾ ਹੁੰਦੀ ਹੈ। ਐਟੋਮਿਕ ਆਰਬਿਟਲਸ ਦੇ ਕੰਬੀਨੇਸ਼ਨ ਲਈ ਕੁਝ ਕੰਡੀਸ਼ਨਸ ਜ਼ਰੂਰੀ ਹਨ। ਨੰਬਰ 1, ਕੰਬਾਈਨਿੰਗ ਐਟੋਮਿਕ ਆਰਬਿਟਲਸ ਦੀ એનર્ਜੀ ਸੇਮ ਜਾਂ ਫਿਰ ਨੀਅਰਲੀ ਸੇਮ ਹੋਣੀ ਚਾਹੀਦੀ ਹੈ। ਫॉर एग्जांपल ਜੇਕਰ ਅਸੀਂ ਹੋਮੋਨਿਊਕਲੀਅਰ ਡਾਈਐਟੋਮਿਕ ਮੋਲੀਕਿਊਲਸ ਦੀ ਗੱਲ ਕਰੀਏ ਤਾਂ ਇੱਕ ਐਟਮ ਦਾ 2s ਆਰਬਿਟਲ ਦੂਸਰੇ ਐਟਮ ਦੇ 2s ਆਰਬਿਟਲ ਨਾਲ ਤਾਂ ਕੰਬਾਈਨ ਕਰ ਸਕਦਾ ਹੈ, ਪਰ ਇੱਕ ਐਟਮ ਦਾ 1s ਆਰਬਿਟਲ ਦੂਸਰੇ ਐਟਮ ਦੇ 2s ਆਰਬਿਟਲ ਨਾਲ ਕੰਬਾਈਨ ਨਹੀਂ ਕਰ ਸਕਦਾ। ਨੰਬਰ 2, extent of overlapping should be large. ਨੰਬਰ 3, combining atomic orbitals internuclear axis ਦੇ along symmetric ਹੋਣੇ ਚਾਹੀਦੇ ਹਨ। ਫॉर एग्जांपल ਜੇਕਰ z axis internuclear axis ਹੈ ਤਾਂ ਇੱਕ ਐਟਮ ਦਾ 2pz ਆਰਬਿਟਲ ਦੂਸਰੇ ਐਟਮ ਦੇ 2pz ਆਰਬਿਟਲ ਨਾਲ ਤਾਂ ਕੰਬਾਈਨ ਕਰ ਸਕਦਾ ਹੈ, ਪਰ ਇੱਕ ਐਟਮ ਦਾ 2pz ਆਰਬਿਟਲ ਦੂਸਰੇ ਐਟਮ ਦੇ 2px ਜਾਂ 2py ਆਰਬਿਟਲ ਨਾਲ ਕੰਬਾਈਨ ਨਹੀਂ ਕਰ ਸਕਦਾ। ਆਓ ਹੁਣ ਅਸੀਂ ਵੱਖ-ਵੱਖ ਤਰ੍ਹਾਂ ਦੇ ਮੋਲੀਕੂਲਰ ਆਰਬਿਟਲਸ ਬਾਰੇ ਜਾਣਦੇ ਹਾਂ। ਡਾਇਐਟੋਮਿਕ ਮੋਲੀਕਿਊਲਸ ਦੇ ਮੋਲੀਕੂਲਰ ਆਰਬਿਟਲਸ ਸਿਗਮਾ ਜਾਂ ਪਾਈ ਮੋਲੀਕੂਲਰ ਆਰਬਿਟਲ ਹੋ ਸਕਦੇ ਹਨ। ਸਿਗਮਾ ਮੋਲੀਕੂਲਰ ਆਰਬਿਟਲਸ ਇੰਟਰਨਿਊਕਲੀਅਰ ਐਕਸਿਸ ਦੇ ਅਲੋਂਗ ਸਿਮੈਟ੍ਰਿਕ ਹੁੰਦੇ ਹਨ, ਜਿਵੇਂ ਕਿ ਅਸੀਂ ਫਿਗਰ A ਵਿੱਚ ਦੇਖ ਰਹੇ ਹਾਂ। 1s ਅਤੇ 1s ਆਰਬਿਟਲਸ ਮਿਲ ਕੇ ਦੋ ਮੋਲੀਕੂਲਰ ਆਰਬਿਟਲਸ ਬਣਾਉਂਦੇ ਹਨ ਜੋ ਕਿ ਇੰਟਰਨਿਊਕਲੀਅਰ ਐਕਸਿਸ ਦੇ ਅਲੋਂਗ ਸਿਮੈਟ੍ਰਿਕ ਹੁੰਦੇ ਹਨ। ਇਹਨਾਂ ਨੂੰ ਸਿਗਮਾ 1s ਅਤੇ ਸਿਗਮਾ ਸਟਾਰ 1s ਮੋਲੀਕੂਲਰ ਆਰਬਿਟਲ ਕਿਹਾ ਜਾਂਦਾ ਹੈ। ਜੇਕਰ z ਐਕਸਿਸ ਨੂੰ ਇੰਟਰਨਿਊਕਲੀਅਰ ਐਕਸਿਸ ਮੰਨ ਲਈਏ ਤਾਂ ਦੋ 2pz ਆਰਬਿਟਲਸ ਮਿਲ ਕੇ ਦੋ ਸਿਗਮਾ ਮੋਲੀਕੂਲਰ ਆਰਬਿਟਲਸ ਬਣਾਉਂਦੇ ਹਨ ਅਤੇ ਇਹਨਾਂ ਨੂੰ ਸਿਗਮਾ 2pz ਅਤੇ ਸਿਗਮਾ ਸਟਾਰ 2pz ਮੋਲੀਕੂਲਰ ਆਰਬਿਟਲਸ ਕਿਹਾ ਜਾਂਦਾ ਹੈ, ਜਿਵੇਂ ਕਿ ਫਿਗਰ B ਵਿੱਚ ਦਿਖਾਇਆ ਗਿਆ ਹੈ। ਪਾਈ ਮੋਲੀਕੂਲਰ ਆਰਬਿਟਲਸ ਇੰਟਰਨਿਊਕਲੀਅਰ ਐਕਸਿਸ ਦੇ ਅਲੋਂਗ ਸਿਮੈਟ੍ਰਿਕ ਨਹੀਂ ਹੁੰਦੇ। ਅਸੀਂ ਫਿਗਰ C ਵਿੱਚ ਦੇਖ ਸਕਦੇ ਹਾਂ। 2px ਅਤੇ 2py ਮੋਲੀਕੂਲਰ ਆਰਬਿਟਲਸ ਇੰਟਰਨਿਊਕਲੀਅਰ ਐਕਸਿਸ ਦੇ ਅਲੋਂਗ ਸਿਮੈਟ੍ਰਿਕ ਨਹੀਂ ਹਨ, ਕਿਉਂਕਿ ਇਹਨਾਂ ਆਰਬਿਟਲਸ ਵਿੱਚ ਪੋਜ਼ਿਟਿਵ ਲੋਬ ਐਕਸਿਸ ਦੇ ਉੱਪਰਲੇ ਪਾਸੇ ਅਤੇ ਨੈਗੇਟਿਵ ਲੋਬ ਐਕਸਿਸ ਦੇ ਹੇਠਲੇ ਪਾਸੇ ਸਥਿਤ ਹੁੰਦੇ ਹਨ। ਇਸ ਲਈ ਇਹਨਾਂ ਆਰਬਿਟਲਸ ਦੀ ਓਵਰਲੈਪਿੰਗ ਨਾਲ ਬਣੇ ਆਰਬਿਟਲਸ ਨੂੰ ਪਾਈ ਮੋਲੀਕੂਲਰ ਆਰਬਿਟਲਸ ਕਿਹਾ ਜਾਂਦਾ ਹੈ। ਪਾਈ ਬੌਂਡਿੰਗ ਮੋਲੀਕੂਲਰ ਆਰਬਿਟਲਸ ਵਿੱਚ ਇਲੈਕਟ੍ਰੋਨ ਡੈਂਸਿਟੀ ਮੈਕਸਿਮਮ ਹੁੰਦੀ ਹੈ, ਜਦਕਿ ਪਾਈ ਸਟਾਰ ਐਂਟੀ ਬੌਂਡਿੰਗ ਮੋਲੀਕੂਲਰ ਆਰਬਿਟਲਸ ਵਿੱਚ ਦੋ ਨਿਊਕਲੀਆਈ ਦੇ ਵਿਚਕਾਰ ਨੋਡ ਮੌਜੂਦ ਹੁੰਦੀ ਹੈ, ਜਿੱਥੇ ਕਿ ਇਲੈਕਟ੍ਰੋਨ ਡੈਂਸਿਟੀ ਆਲਮੋਸਟ 0 ਹੁੰਦੀ ਹੈ। एनर्जी लेवल डायग्राम्स फॉर मॉलिक्यूलर ऑर्बिटल्स। जिस तरह 1s एटॉमिक ऑर्बिटल्स मिलके सिग्मा 1s ਅਤੇ सिग्मा स्टार 1s मॉलिक्यूलर ऑर्बिटल्स बनाते हैं, इस तरह 2s ਅਤੇ 2p एटॉमिक ऑर्बिटल्स मिलके भी ਵੱਖ-ਵੱਖ तरह के मॉलिक्यूलर ऑर्बिटल्स बनाते हैं। इन्हां मॉलिक्यूलर ऑर्बिटल्स का एनर्जी लैवल स्पैक्ट्रोस्कोपिक मैथड की सहायता नाल एक्सपैरीमेंटली पता किया गया है। जेकर असी सैकेंड पीरीयड के होमोन्यूक्लीयर डायएटॉमिक मॉलिक्यूल्स बारे गल करिए तो इन्हां दे मॉलिक्यूलर ऑर्बिटल्स नूं कुछ इस तरह एनर्जी के वधदे क्रम विच लिखिया जा सकता है। सिग्मा 1s लैस दैन सिग्मा स्टार 1s लैस दैन सिग्मा 2s लैस दैन सिग्मा स्टार 2s लैस दैन पाई 2px that is equal to pi 2py less than sigma 2pz less than pi star 2px is equal to pi star 2py less than sigma star 2pz। ये सीक्वेंस लिथियम, बेरीलियम, बोरोन, कार्बन ਅਤੇ नाइट्रोजन ਦੇ ਮੋਲੀਕਿਊਲਸ ਲਈ ਹੈ। ਜੇਕਰ ਅਸੀਂ ਆਕਸੀਜਨ ਅਤੇ ਫਲੋਰੀਨ ਦੇ ਮੋਲੀਕਿਊਲ ਦੇ એનર્ਜੀ ਲੈਵਲ ਡਾਇਗਰਾਮ ਦੀ ਗੱਲ ਕਰੀਏ ਤਾਂ ਉਸ ਵਿੱਚ ਸਿਗਮਾ 2pz ਮੋਲੀਕੂਲਰ ਆਰਬਿਟਲ ਦੀ એનર્ਜੀ पाई 2px ਅਤੇ पाई 2py ਮੋਲੀਕੂਲਰ ਆਰਬਿਟਲਸ ਨਾਲੋਂ ਘੱਟ ਹੈ। ਇਸ ਲਈ ਇਹ ਸੀਕੁਐਂਸ ਬਣ ਜਾਂਦਾ ਹੈ
sigma 1s less than sigma star 1s less than sigma 2s less than sigma star 2s less than sigma 2pz less than pi 2px is equal to pi 2py less than pi star 2px is equal to pi star 2py less than sigma star 2pz। इस स्लाइड विच मॉलिक्यूलर ऑर्बिटल्स नूं उन्हां दियां एनर्जीज़ दे वधदे क्रम विच ड्रॉ किया गया है। क्योंकि पाई 2px ਅਤੇ पाई 2py मॉलिक्यूलर ऑर्बिटल्स दियां एनर्जी सेम ਹੁੰਦੀਆਂ ਹਨ, इसलिए इन्हां नूं सेम लैवल ते रखिया गया है। फिगर ए शोज़ मॉलिक्यूलर ऑर्बिटल एनर्जी लेवल डायग्राम फॉर डायटोमिक होमोन्यूक्लियर मॉलिक्यूल्स फॉर फर्स्ट एंड सेकंड पीरियड एक्सेप्ट ऑक्सीजन एंड फ्लोरीन, and figure B shows molecular orbital energy level diagram for homonuclear diatomic molecules of oxygen and other heavier elements। Distribution of electrons among various molecular orbitals is called the electronic configuration of molecule, but there are certain rules for filling of molecular orbitals। These rules are according to Aufbau principle, Pauli's exclusion principle and Hund's rule। Aufbau principle they accordingly molecular orbitals are filled according to their energies। जिस molecular orbital ਦੀ energy सब तो घट है, सब तो पहला उस दे विच electrons fill किते जाणगे ते subsequently higher levels दे विच electrons fill किते जाणगे। Pauli's exclusion principle ਦੇ accordingly एक मॉलिक्यूलर ऑर्बिटल ਦੇ ਵਿੱਚ ਵੱਧ ਤੋਂ ਵੱਧ 2 ਇਲੈਕਟ੍ਰॉन्स ਹੀ ਆ ਸਕਦੇ ਹਨ and those two electrons must have opposite spins। Third, Hund's rule they accordingly if there are two molecular orbitals of same energy means कि अगर दो molecular orbitals ਦੀਆਂ same energies ਹਨ ਉਹਨਾਂ ਦੇ ਵਿੱਚ pairing ਉਦੋਂ ਤੱਕ ਨਹੀਂ ਹੋਏਗੀ ਜਦੋਂ ਤੱਕ ਹਰ ਇੱਕ molecular orbital ਦੇ ਵਿੱਚ ਇੱਕ ਇਲੈਕਟ੍ਰॉन fill नहीं हो ਜਾਂਦਾ। Now the molecular orbital energy level diagram gives the following information। Number 1 is stability of the molecule। If Nb is the number of electrons present in bonding molecular orbitals and Na is the number of electrons in anti-bonding molecular orbitals, then जेकर Nb is greater than Na the molecule will be stable। लेकिन जेकर Nb is less than Na molecule will be unstable। पहले केस विच ज़्यादा बॉन्डिंग ऑर्बिटल्स फील्ड ਹਨ ਇਸ ਲਈ बॉन्डिंग इन्फ्लुएंस ज़्यादा होएगा ਅਤੇ मॉलिक्यूल स्टेबल होवेगा। दूसरे केस विच एंटी बॉन्डिंग मॉलिक्यूलर ऑर्बिटल्स का इन्फ्लुएंस ज़्यादा होने कारण मॉलिक्यूल अनस्टेबल होवेगा। सेकेंड इज बॉन्ड ऑर्डर। इट इज़ डिफाइंड एज अ नंबर ऑफ कोवेलेंट बॉन्ड्स इन ए मॉलिक्यूल। It is equal to 1/2 the difference between number of electrons in the bonding and anti-bonding molecular orbitals। जेकर बॉन्ड ऑर्डर की वैल्यू पॉजिटिव है तो मॉलिक्यूल स्टेबल होवेगा। जेकर बॉन्ड ऑर्डर की वैल्यू 0 या नेगेटिव है तो मॉलिक्यूल अनस्टेबल होवेगा। इंटैग्रल वैल्यूज दैट इज़ 1, 2 और 3 वैल्यू मीन्स सिंगल, डबल और ट्रिपल बॉन्ड रिस्पैक्टिवली। नैक्सट इज़ मैग्नेटिक करैक्टर। जेकर सारे मॉलिक्यूलर ऑर्बिटल्स विच इलैक्ट्रॉन्स पेयर्ड हैं तो मॉलिक्यूल डायमैग्नेटिक होवेगा, परंतु जेकर एक या एक तो वध मॉलिक्यूलर ऑर्बिटल्स विच इलैक्ट्रॉन्स अनपेयर्ड हैं तो मॉलिक्यूल पैरामैग्नेटिक होवेगा। आओ हुण असीं कुछ होमोन्यूक्लियर डायटोमिक मॉलिक्यूल्स विच बॉन्डिंग नूं समझते हाँ। होमोन्यूक्लियर मीनस एक ही तरह के एटम्स तो बने हुए मॉलिक्यूल्स ਅਤੇ डायटोमिक मीनस दो एटम्स तो मिलके बने हुए मॉलिक्यूल्स। सब तो पहला हाइड्रोजन मॉलिक्यूल विच बॉन्डिंग नूं समझिए। हाइड्रोजन मॉलिक्यूल दो हाइड्रोजन एटम्स तो मिलके बनता है। हरेक हाइड्रोजन एटम कोल 1s ऑर्बिटल विच एक इलैक्ट्रॉन हुंदा है। 1s एटॉमिक ऑर्बिटल्स मिलके दो मॉलिक्यूलर ऑर्बिटल्स सिग्मा 1s ਅਤੇ सिग्मा स्टार 1s मॉलिक्यूलर ऑर्बिटल बनाउणगे। एनर्जी लैवल डायग्राम विच सिग्मा 1s की एनर्जी इंडिविजुअल एटॉमिक ऑर्बिटल्स की एनर्जी तो घट है ਅਤੇ सिग्मा स्टार 1s मॉलिक्यूलर ऑर्बिटल्स की एनर्जी इंडिविजुअल एटॉमिक ऑर्बिटल्स की एनर्जी तो वध है। हाइड्रोजन के मॉलिक्यूलर ऑर्बिटल विच कुल 2 इलैक्ट्रॉन होणगे ਅਤੇ ਇਹ ਦੋਵੇਂ इलैक्ट्रॉन सिग्मा 1s ऑर्बिटल विच जाणगे।
ਹਾਈਡਰੋਜਨ ਮੋਲੀਕਿਊਲ ਦਾ ਬੌਂਡ ਆਰਡਰ ਕੈਲਕੂਲੇਟ ਕਰਨ ਲਈ ਬੌਂਡਿੰਗ ਅਤੇ ਐਂਟੀ ਬੌਂਡਿੰਗ ਮੋਲੀਕਿਊਲਰ ਆਰਬਿਟਲਸ ਵਿੱਚ ਇਲੈਕਟ੍ਰੌਨਸ ਦੀ ਗਿਣਤੀ ਦੇਖਾਂਗੇ। ਅਸੀਂ ਦੇਖਦੇ ਹਾਂ ਕਿ ਬੌਂਡਿੰਗ ਮੋਲੀਕਿਊਲਰ ਆਰਬਿਟਲ ਵਿੱਚ 2 ਇਲੈਕਟ੍ਰੌਨ ਹਨ ਅਤੇ ਐਂਟੀ ਬੌਂਡਿੰਗ ਮੋਲੀਕਿਊਲਰ ਆਰਬਿਟਲ ਵਿੱਚ 0 ਇਲੈਕਟ੍ਰੌਨਸ ਹਨ। ਕੈਲਕੂਲੇਟ ਕਰਨ ਤੇ ਬੌਂਡ ਆਰਡਰ ਦੀ ਵੈਲਿਊ 1 ਆਉਂਦੀ ਹੈ। ਇਸ ਤੋਂ ਭਾਵ ਹੈ ਕਿ ਹਾਈਡਰੋਜਨ ਮੋਲੀਕਿਊਲ ਵਿੱਚ 2 ਹਾਈਡਰੋਜਨ ਐਟਮਸ ਦੇ ਵਿਚਕਾਰ ਸਿੰਗਲ ਕੋਵੈਲੈਂਟ ਬੌਂਡ ਹੈ। ਕਿਉਂਕਿ ਇਸ ਵਿੱਚ ਕੋਈ ਵੀ ਅਨਪੇਅਰਡ ਇਲੈਕਟ੍ਰੌਨ ਨਹੀਂ ਹੈ, ਇਸ ਲਈ ਹਾਈਡਰੋਜਨ ਮੋਲੀਕਿਊਲ ਡਾਇਮੈਗਨੈਟਿਕ ਹੈ। ਇਸੇ ਤਰ੍ਹਾਂ ਅਗਰ H2 ਪੋਜ਼ਿਟਿਵ ਆਇਨ ਦੀ ਗੱਲ ਕਰੀਏ ਤਾਂ ਇਹ H ਐਟਮ ਔਰ H ਪੋਜ਼ਿਟਿਵ ਐਟਮ ਤੋਂ ਮਿਲ ਕੇ ਬਣਦਾ ਹੈ। ਇਸ ਵਿੱਚ ਕੁੱਲ ਇੱਕ ਹੀ ਇਲੈਕਟ੍ਰੌਨ ਹੋਵੇਗਾ ਜੋ ਕਿ ਸਿਗਮਾ 1s ਆਰਬਿਟਲ ਵਿੱਚ ਫਿਲ ਹੋਏਗਾ। ਬੌਂਡ ਆਰਡਰ ਫਾਈਂਡ ਆਊਟ ਕਰਨ ਤੇ ਇਸ ਦੀ ਵੈਲਿਊ 1/2 ਆਉਂਦੀ ਹੈ ਐਂਡ ਕਿਉਂਕਿ ਇਸ ਵਿੱਚ ਇੱਕ ਅਨਪੇਅਰਡ ਇਲੈਕਟ੍ਰੌਨ ਹੈ ਸੋ H2 ਪੋਜ਼ਿਟਿਵ ਆਇਨ ਇਜ਼ ਪੈਰਾਮੈਗਨੈਟਿਕ ਇਨ ਨੇਚਰ। ਹੀਲੀਅਮ ਮੋਲੀਕਿਊਲ 2 ਹੀਲੀਅਮ ਐਟਮਸ ਤੋਂ ਮਿਲ ਕੇ ਬਣਿਆ ਹੈ। ਹੀਲੀਅਮ ਦੀ ਐਟੋਮਿਕ ਇਲੈਕਟ੍ਰੋਨਿਕ ਕਨਫੀਗਰੇਸ਼ਨ 1s2 ਹੁੰਦੀ ਹੈ। ਹੀਲੀਅਮ ਮੋਲੀਕਿਊਲ ਦੇ ਵਿੱਚ ਟੋਟਲ 2 + 2 4 ਇਲੈਕਟ੍ਰॉन्स ਹੋਣਗੇ। 2 electrons will be present in sigma 1s orbital and 2 electrons will be present in sigma star 1s orbital। ਜੇਕਰ ਅਸੀਂ ਇਸ ਦਾ ਬੌਂਡ ਆਰਡਰ ਫਾਈਂਡ ਆਊਟ ਕਰਦੇ ਹਾਂ ਤਾਂ ਇਸ ਦੀ ਵੈਲਿਊ 2 - 2 divided by 2 is equal to 0 ਆਉਂਦੀ ਹੈ। 0 bond order means that there is no net bonding and helium molecule does not exist। In case of lithium molecule, the electronic configuration of lithium is 1s2 2s1। There are 6 electrons in lithium molecule and the electronic configuration of lithium 2 is sigma 1s2, sigma star 1s2 and sigma 2s2। Now from the current electronic configuration it is clear that there are 4 electrons present in bonding molecular orbitals and 2 electrons present in anti-bonding molecular orbital। So इस तरह अगर असी bond order calculate करते हैं तो इसकी value 1 आती है। It means that lithium molecule is stable and since it has no unpaired electrons it should be diamagnetic। Similarly, in case of carbon molecule, the electronic configuration of carbon is 1s2, 2s2, 2p2। There are total of 12 electrons in carbon molecule and the electronic configuration of C2 is sigma 1s2, sigma star 1s2, sigma 2s2, sigma star 2s2, pi 2px2, pi 2py2। And if we calculate the bond order of C2, we see that there are total 8 electrons in bonding molecular orbitals and 4 electrons in anti-bonding molecular orbitals and the bond order comes out to be 2। It means that there will be double bond present between the 2 carbon atoms। नाइट्रोजन एटम की इलैक्ट्रॉनिक कन्फिगरेशन 1s2, 2s2 and 2p3 होंदी है। हरेक नाइट्रोजन एटम कोल 7 इलैक्ट्रॉन्स होंदे हन। इट मीनस नाइट्रोजन मॉलिक्यूल दे विच टोटल 14 इलैक्ट्रॉन्स होंगे। एनर्जी लैवल डायग्राम दे विच इलैक्ट्रॉन्स फिल करन तो बाद असी देखते हाँ कि बॉन्डिंग मॉलिक्यूलर ऑर्बिटल्स दे विच नाइट्रोजन दे विच टोटल 8 इलैक्ट्रॉन्स ਹਨ एंड एंटी बॉन्डिंग मॉलिक्यूलर ऑर्बिटल्स ਦੇ ਵਿੱਚ ਓਨਲੀ 2 ਇਲੈਕਟ੍ਰॉन्स ਪ੍ਰੈਜ਼ੈਂਟ ਹਨ। ਜਦੋਂ ਅਸੀਂ ਬੌਂਡ ਆਰਡਰ ਫਾਈਂਡ ਆਊਟ ਕਰਦੇ ਹਾਂ ਤਾਂ ਇਸ ਦੀ ਵੈਲਿਊ 3 ਆਉਂਦੀ ਹੈ। ਇਟ ਮੀਨਸ ਨਾਈਟ੍ਰੋਜਨ ਮੋਲੀਕਿਊਲ हैज़ 3 bonds in between 2 nitrogen atoms। Since there is no unpaired electron present, so nitrogen molecule is diamagnetic in nature। Oxygen atom the electronic configuration 1s2, 2s2 and 2p4 है। ਜਦੋਂ 2 ऑक्सीजन एटम्स कंबाइन करते हैं तो ऑक्सीजन मॉलिक्यूल विच कुल 16 इलैक्ट्रॉन होंगे।
ऑक्सीजन मॉलिक्यूल की इलैक्ट्रॉनिक कन्फिगरेशन 1s sigma 1s2 sigma star 1s2 sigma 2s2 sigma star 2s2 sigma 2pz2 pi 2px2 is equal to pi 2py2 pi star 2px1 is equal to pi star 2p1 ਹੋਵੇਗੀ। એનર્ਜੀ ਲੈਵਲ ਡਾਇਆਗ੍ਰਾਮ ਦੇ ਵਿੱਚ ਅਸੀਂ ਦੇਖ ਸਕਦੇ ਹਾਂ ਕਿ ਬੌਂਡਿੰਗ ਮੋਲੀਕੂਲਰ ਆਰਬਿਟਲਸ ਦੇ ਵਿੱਚ ਟੋਟਲ 10 ਇਲੈਕਟ੍ਰੋਨਸ ਹਨ ਅਤੇ ਐਂਟੀ ਬੌਂਡਿੰਗ ਮੋਲੀਕੂਲਰ ਆਰਬਿਟਲਸ ਦੇ ਵਿੱਚ ਕੁੱਲ 6 ਇਲੈਕਟ੍ਰੋਨਸ ਪ੍ਰੈਜ਼ੈਂਟ ਹਨ। ਅਗਰ ਅਸੀਂ ਕੇਵਲ ਆਊਟਰਮੋਸਟ ਇਲੈਕਟ੍ਰੋਨਸ ਦੀ ਆਰਬਿਟਲਸ ਦੀ ਆਊਟਰਮੋਸਟ ਆਰਬਿਟਲਸ ਦੀ ਗੱਲ ਕਰੀਏ ਦੈਨ ਬੌਂਡਿੰਗ ਮੋਲੀਕੂਲਰ ਆਰਬਿਟਲਸ ਦੇ ਵਿੱਚ ਟੋਟਲ 8 ਇਲੈਕਟ੍ਰੋਨਸ ਹਨ ਅਤੇ ਐਂਟੀ ਬੌਂਡਿੰਗ ਮੋਲੀਕੂਲਰ ਆਰਬਿਟਲਸ ਦੇ ਵਿੱਚ ਟੋਟਲ 4 ਇਲੈਕਟ੍ਰੋਨਸ ਹਨ। ਇਸ ਤਰ੍ਹਾਂ ਬੌਂਡ ਆਰਡਰ ਇਕੁਅਲ ਟੂ 2 ਆਉਂਦਾ ਹੈ। It means that oxygen molecule has 2 bonds in between 2 oxygen atoms. Since there are 2 unpaired electrons present in oxygen molecule, so it is paramagnetic in nature. Molecular orbital theory the main feature ਇਹ ਹੈ ਕਿ ਇਹ ਆਕਸੀਜਨ ਮੋਲੀਕਿਊਲ ਦੇ ਪੈਰਾਮੈਗਨੈਟਿਕ ਨੇਚਰ ਨੂੰ ਬਹੁਤ ਅੱਛੀ ਤਰ੍ਹਾਂ ਐਕਸਪਲੇਨ ਕਰਦੀ ਹੈ। मैं उम्मीद करती हाँ कि अज का ये टॉपिक तुहानू चंगी तरह समझ आ गया होगा। थैंक यू।